ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਪਿਛਲੇ 2 ਹਫ਼ਤਿਆਂ ਤੋਂ ਤੁਹਾਡੇ ਨਾਲ ਅਸੀਂ ਆ ਕੇ ਇੱਥੇ ਸਾਂਝ ਪਾਇਆ ਕਰਨੇ ਆ। ਗਿਆਨੀ ਸਵਰਨ ਸਿੰਘ ਜੀ ਆ ਕੇ ਗੱਲਬਾਤ ਕਰਦੇ ਨੇ ਕਿ ਕਿਸ ਤਰੀਕੇ ਨਾਲ ਘਰ ਦੀ ਫਾਊਂਡੇਸ਼ਨ ਜੋ ਹੈ ਉਸ ਨੂੰ ਮਜ਼ਬੂਤ ਕੀਤਾ ਜਾਏ, ਕਿਉਂਕਿ ਜੇਕਰ ਨੀਂਹ ਹੀ ਸਟਰੋਂਗ ਨਹੀਂ ਹੋਏਗੀ ਤਾਂ ਕੋਈ ਵੀ ਹਵਾ ਦਾ ਬੁੱਲਾ ਆ ਕੇ ਸਾਨੂੰ ਡੇਗ ਜਾਏਗਾ। ਉਹੀ ਅੱਜ ਸਾਡੇ ਸਾਹਮਣੇ ਹੋ ਰਿਹਾ ਹੈ। ਕਿਸੇ ਨੇ ਆ ਕੇ ਕੁਝ ਕਿਹਾ, ਅਸੀਂ ਉਸ ਪਾਸੇ ਨੂੰ ਤੁਰ ਪੈਂਦੇ ਹਾਂ, ਕਿਸੇ ਨੇ ਕੁਝ ਕਿਹਾ, ਅਸੀਂ ਉਸ ਪਾਸੇ ਨੂੰ ਤੁਰ ਪੈਂਦੇ ਹਾਂ। ਪਰ ਗੁਰੂ ਦਾ ਸਿਧਾਂਤ ਜੋ ਸਾਨੂੰ ਇਹ ਉਪਦੇਸ਼ ਕਰਦਾ ਹੈ ਕਿ ਅਸੀਂ ਆਪਣੀ ਸਟਰੋਂਗ ਵੈਲਿਊਜ਼ ਨੂੰ ਇੰਬਾਈਬ ਕਰਕੇ ਹੀ ਚੰਗਾ ਜੀਵਨ ਬਤੀਤ ਕਰ ਸਕਨੇ ਹਾਂ ਤੇ ਘਰ ਦੇ ਵਿੱਚ ਸ਼ਾਂਤੀ ਲਿਆ ਸਕਨੇ ਹਾਂ। ਇਸ ਤੋਂ ਹੀ ਤੁਹਾਨੂੰ ਪਿਛਲੇ 2 ਹਫ਼ਤਿਆਂ ਤੋਂ ਜੋੜ ਰਹੇ ਹਾਂ। ਆਓ ਇसी ਸੰਬੰਧ ਵਿੱਚ ਅੱਜ ਮੁੜ ਤੋਂ ਗਿਆਨੀ ਸਵਰਨ ਸਿੰਘ ਜੀ ਨਾਲ ਸਾਂਝ ਪਾਉਂਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਵੈਲਿਊਜ਼ ਨੂੰ ਅਸੀਂ ਇਨਕੋਰਪੋਰੇਟ ਕਰੀਏ। ਪਿਛਲੇ ਹਫ਼ਤੇ ਮੈਂ ਥੋੜ੍ਹਾ ਜਿਹਾ ਬਰੀਫਲੀ ਤੁਹਾਨੂੰ ਦੱਸਦਾ ਕਿ ਇਹਨਾਂ ਨੇ ਗੱਲਬਾਤ ਕੀਤੀ ਸੀ ਕਿ ਘਰ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਜਾਏ ਜਿਹੜਾ ਕਿ ਬੱਚੇ ਨੂੰ ਸਹੀ ਦਿਸ਼ਾ ਦੇ। ਉਸ ਤੋਂ ਇਲਾਵਾ ਉਹੀ ਜੋ ਉਸ ਨੂੰ ਦਿਸ਼ਾ ਦਿੱਤੀ ਜਾਏਗੀ ਘਰ ਦੇ ਵਿੱਚ, ਉਹੀ ਰਿਫਲੈਕਟ ਹੋਏਗੀ ਬਾਹਰ ਜਾ ਕੇ। ਆਓ ਅੱਜ ਮੁੜ ਤੋਂ ਜੁੜਦੇ ਹਾਂ ਅਤੇ ਅੱਗੇ ਜਾਣਦੇ ਹਾਂ ਕਿ ਕੀ ਕਰਨ ਦੀ ਲੋੜ ਹੈ, ਕਿਸ ਤਰੀਕੇ ਨਾਲ ਵੈਲਿਊ ਨੂੰ ਅਸੀਂ ਇਨਕੋਰਪੋਰੇਟ ਕਰੀਏ ਤਾਂ ਕਿ ਖੁਸ਼ੀ ਜੋ ਹੈ ਉਹ ਪਰਿਵਾਰ ਵਿੱਚ ਆ ਸਕੇ। ਸਵਾਗਤ ਕਰਦੇ ਹਾਂ ਗਿਆਨੀ ਸਵਰਨ ਸਿੰਘ ਜੀ ਦਾ। ਜੈ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਿ ਸਮਾਂ ਕੱਢ ਕੇ ਤੁਸੀਂ ਇਹ ਜੋ ਸਿਧਾਂਤਕ ਮੂਲ ਸੋਚ ਜੋ ਹੈ ਉਸ ਨਾਲ ਸਾਨੂੰ ਜੋੜ ਰਹੇ ਹੋ, ਕਿਉਂਕਿ ਅੱਜ ਸਭ ਤੋਂ ਵੱਡੀ ਸਮੱਸਿਆ ਇਹ ਆ ਗਈ ਕਿ ਪੈਸੇ ਪੱਖੋਂ ਤਾਂ ਅਸੀਂ ਬਹੁਤ ਅੱਗੇ ਚਲੇ ਗਏ, ਲੇਕਿਨ ਮੋਰਲਸ ਜਿਹੜੇ ਨੇ ਸਾਡੇ ਉੱਤੋਂ ਅਸੀਂ ਡਿਪਲੀਟ ਹੋ ਗਏ। ਪਿਛਲੀ ਵਾਰੀ ਤੁਸੀਂ ਜਿਹੜਾ ਜ਼ਿਕਰ ਕੀਤਾ ਸੀ ਕਿ ਸਾਡੇ ਮੁਸਲਮਾਨ ਭਰਾ ਤੇ ਭੈਣ ਉਹ ਅੱਜ ਵੀ ਜਦੋਂ 5 ਨਮਾਜ਼ ਦੀ ਗੱਲ ਆਉਂਦੀ ਕਿਤੇ ਹੋਣ, ਕੋਈ ਵੱਡਾ ਫੰਕਸ਼ਨ ਹੋਏ, ਕੋਈ ਘਰ ਦਾ ਹੋਏ ਜਾਂ ਕੋਈ ਕੌਮੀ ਤੌਰ ਤੇ ਹੋਵੇ, ਉੱਥੇ ਵਿੱਚ ਰੋਕ ਕੇ ਉਹ ਚੀਜ਼ ਜਿਹੜੀ ਹੈਗੀ ਹੈ ਉਸ ਨੂੰ ਪੂਰਾ ਕਰਦੇ ਨੇ। ਪਰ ਅੱਜ ਸਾਨੂੰ ਤਾਂ ਸ਼ਰਮ ਆਉਂਦੀ ਹੈ, ਜੇਕਰ ਅਸੀਂ ਫਤਿਹ ਵੀ ਇੱਕ ਦੂਸਰੇ ਨਾਲ ਸਾਂਝੀ ਕਰਨੀ ਹੋਏ ਤਾਂ ਅਸੀਂ ਉਹ ਕਰਨ ਤੋਂ ਵੀ ਗੁਰੇਜ਼ ਕਰਦੇ ਹਾਂ। ਸੋ ਉਹ ਜਿਹੜੀ ਸਾਡਾ ਸੈਲਫ ਸਟੀਮ ਸੀ ਉੱਤੋਂ ਅਸੀਂ ਸਟਰੋਂਗ ਨਹੀਂ ਹੋ ਸਕ ਰਹੇ। ਪਰ ਅੱਜ ਵੈਲਿਊਜ਼ ਦੀ ਜਿੱਥੇ ਤੁਸੀਂ ਗੱਲ ਕਰਦੇ ਹੋ ਕਿ ਜੇਕਰ ਇਹੀ ਚੀਜ਼ਾਂ ਨੂੰ ਇਨਕੋਰਪੋਰੇਟ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰੀਏ, ਪਹਿਲਾਂ ਤੇ ਆਪ ਰੋਲ ਮਾਡਲਸ ਐਜ਼ ਸਾਹਮਣੇ ਬੱਚਿਆਂ ਦੇ ਆਈਏ, ਫਿਰ ਉਹੀ ਚੀਜ਼ ਬੱਚਿਆਂ ਦੇ ਵਿੱਚ ਜੇਕਰ ਹੋ ਜਾਏਗੀ ਤਾਂ ਫਿਰ ਸਾਡੀ ਸੈਲਫ ਸਟੀਮ ਵੀ ਸਟਰੋਂਗ ਹੋਏਗੀ ਤੇ ਅਸੀਂ ਕਾਮਯਾਬ ਵੀ ਹੋਵਾਂਗੇ। ਸੋ ਆਓ ਅੱਜ ਅੱਗੇ ਤੋਂ ਗੱਲਬਾਤ ਕਰੀਏ ਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਤੁਸੀਂ ਕੀਤੀ ਸੀ ਗੱਲ ਕਿ ਘਰ ਦੀ ਤੁਸੀਂ ਐਗਜ਼ਾਮਪਲ ਦੇ ਕੇ ਕਿ ਡਿਸਿਪਲਿਨ ਲਾਗੂ ਕਰੋ, ਰੋਲ ਮਾਡਲਸ ਬਣੋ, ਐਗਜ਼ਾਮਪਲਸ ਬਣੋ ਤੇ ਸ਼ਰਾਬ ਦਾ ਸੇਵਨ ਨਾ ਕਰੋ, ਇਹ ਚੀਜ਼ਾਂ ਨਾਲ ਜੋੜਿਆ ਸੀ। ਅੱਜ ਅੱਗੇ ਕਿਹੜੇ ਸਿਧਾਂਤਕ ਮੂਲ ਨਾਲ ਜੋੜੋਗੇ ਜੀ? ਅਸੀਂ ਦੇਖਿਆ ਕਿ ਜਿਸ ਤਰ੍ਹਾਂ ਤੁਸੀਂ ਘਰ ਬਣਾਉਣੇ ਆ ਜੀ, ਘਰ ਜਦੋਂ ਬਣਾਉਣੇ ਆ ਤਾਂ ਤੁਸੀਂ ਫੈਂਸ ਰੂਲ ਲਾਉਣੇ ਆ ਜੀ, ਬਿਲਕੁਲ, ਔਰ ਘਰ ਦੀ ਡੀਮਾਰਕੇਸ਼ਨ ਵੀ ਕਰਦੇ ਵੀ ਸਾਡਾ ਘਰ ਇੱਥੇ ਤੱਕ ਹੈਗਾ। ਐਬਸੋਲੂਟਲੀ। ਔਰ ਫਿਰ ਅਸੀਂ ਘਰ ਦੇ ਅੰਦਰ ਬੱਚਿਆਂ ਨੂੰ ਬਿਠਾਲ ਕੇ ਕਹਿੰਦੇ ਆ ਕਿ ਦੇਖੋ ਬੇਟਾ ਬਾਹਰ ਨਾ ਨਿਕਲਿਓ, ਠੀਕ, ਅਸੀਂ ਉਹਨੂੰ ਦੱਸ ਕੇ ਜਾਂਦੇ ਹਾਂ ਇਹ ਬਾਉਂਡਰੀਜ਼। ਹਾਂ, ਇਹ ਬਾਉਂਡਰੀ ਆ। ਜਿਸ ਤਰ੍ਹਾਂ ਰਾਮਾਇਣ ਵਿੱਚ ਵੀ ਕਥਾ ਹੁੰਦੀ ਆ ਕਿ ਉਹਨੂੰ ਸੀਤਾ ਨੂੰ ਕਿਹਾ ਸੀ ਵੀ ਇਹ ਤੋਂ ਲਾਈਨ ਅਗਲੀ ਟੱਪੀ, ਜਿਹਨੂੰ ਲక్ష్మణ ਰੇਖਾ ਵੀ ਕਹਿੰਦੇ ਹੈਗੇ। ਸੋ ਲక్ష్మణ ਰੇਖਾ ਜਿਹੜੀ ਆ ਉਹ ਕੁਝ ਨਹੀਂ ਸੀ, ਕੇਵਲ ਉਹ ਧਰਮ ਦੀ ਰੇਖਾ ਸੀ ਕਿ ਜਿਹੜਾ ਬੰਦਾ ਧਰਮ ਦੀ ਰੇਖਾ ਤੋਂ ਬਾਹਰ ਚਲੇ ਜਾਏਗਾ ਉਹ ਬੰਦਾ ਫਿਰ ਸਮਝ ਲਓ ਵੀ ਕਸੂਤਾ ਫਸ ਜਾਏਗਾ। ਹੁਣ ਇਹ ਬਾਉਂਡਰੀ ਜਿਹੜੀ ਹੈਗੀ ਆ ਨਾ, ਇਹ ਹਰ ਧਰਮ ਨੇ ਆਪਣੇ ਸਿਧਾਂਤਾਂ ਦੇ ਮੁਤਾਬਕ ਬਾਉਂਡਰੀਆਂ ਬਣਾਈਆਂ ਹੋਈਆਂ ਜੀ। ਸਿੱਖ ਧਰਮ ਨੇ ਵੀ ਆਪਣੇ ਧਰਮ ਦੀ ਬਾਉਂਡਰੀ ਬਣਾਈ ਆ ਕਿ ਇਸ ਤੋਂ ਬਾਹਰ ਨਹੀਂ ਜਾਣਾ, ਇਸ ਦੇ ਅੰਦਰ ਅੰਦਰ ਰਹਿਣਾ। ਹੁਣ ਜੇ ਤਾਂ ਤੁਸੀਂ ਉਹਦੇ ਅੰਦਰ ਹੀ ਰਹੋਗੇ, ਮਿਸਾਲ ਦੇ ਤੌਰ ਦੇ ਉੱਤੇ ਸ਼ਰਾਬ ਨਹੀਂ ਤੁਸੀਂ ਪੀਣੀ, ਇਹ ਬਾਉਂਡਰੀ ਆ ਜੀ। ਜੇ ਤੁਸੀਂ ਪੀਓਗੇ ਉੱਜੜ ਜਾਓਗੇ। ਫਿਰ ਇਹ ਕਿਹਾ ਡੂ ਨਾਟ ਪਲੇ ਐਡਲਟਰੀ, ਤੁਸੀਂ ਭਾਵ ਕਿ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਸਤਰੀ ਗਮਨ ਤੇ ਪਤੀ ਬ੍ਰਤ ਤੇ ਇਸਤਰੀ ਬ੍ਰਤ ਧਰਮ ਜਿਹੜਾ ਇਹ ਦਿਸ ਇਜ਼ ਬਾਉਂਡਰੀ। ਹੁਣ ਵੇਖੋ, ਜੇ ਇੱਕ ਆਦਮੀ ਜਿਹੜਾ ਹੈਗਾ ਉਹ ਆਪਣੀ ਅਸੂਲ ਦੇ ਮੁਤਾਬਕ ਐਜ਼ ਏ ਫਾਦਰ, ਐਜ਼ ਏ ਹਸਬੈਂਡ, ਉਹ ਆਪਣਾ ਰੋਲ ਅਦਾ ਕਰਦਾ ਐਂਡ ਹੀ ਇਜ਼ ਫੇਥਫੁਲ ਟੂ ਹਿਜ਼ ਵਾਈਫ ਐਂਡ ਦ ਵਾਈਫ ਇਜ਼ ਫੇਥਫੁਲ ਟੂ ਹਰ ਹਸਬੈਂਡ, ਦੇ ਆਰ ਲਿਵਿੰਗ ਇਨ ਦ ਬਾਉਂਡਰੀ। ਵੈਰੀ ਟਰੂ। ਪਰ ਜੇ ਦੋਨੋਂ ਜਣੇ ਇੱਕ ਦਿਨ ਧੋਖਾ ਕਰਕੇ ਉਹ ਬਾਉਂਡਰੀ ਪਾਰ ਕਰ ਜਾਣਗੇ ਤੇ ਸਮਝ ਲਓ ਘਰ ਦਾ ਵਿਨਾਸ਼ ਹੋ ਗਿਆ। ਅੱਜ ਵੀ ਤੁਸੀਂ ਦੇਖੋਗੇ ਕਿੱਦਾਂ CIA ਦਾ ਏਜੰਟ ਸੀ ਜੀ, ਅੱਜ ਖਬਰਾਂ ਆ ਰਹੀਆਂ ਬਿਲਕੁਲ ਜੀ, ਸਾਰਾ ਕੁਝ ਤਬਾਹ। CIA ਦਾ ਹੈਡ ਜਿਹੜਾ ਹੈਗਾ ਜਸਟ ਐਕਸਟਰਾ ਮੈਰਿਟਲ ਅਫੇਅਰਸ ਕਾਰਨ ਅੱਜ ਕਿੰਨੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜੀ। ਇਸੇ ਤਰੀਕੇ BBC ਦਾ ਜੀ। ਤੇ ਇਹ ਚੀਜ਼ਾਂ ਜਿਹੜੀਆਂ ਨਾ ਇਹ ਤਬਾਹ ਇਕੱਲਾ ਤੁਹਾਡੇ ਆਪਣੇ ਕਰੈਕਟਰ ਨੂੰ ਨਹੀਂ ਕਰਦੀਆਂ, ਤੁਹਾਡੀ ਆਉਣ ਵਾਲੀ ਫੈਮਿਲੀ ਨੂੰ ਤਬਾਹ ਕਰ ਦਿੰਦੀਆਂ ਹੈਗੀਆਂ, ਕਿਉਂਕਿ ਬੱਚਿਆਂ ਦੇ ਦਿਮਾਗ ਵਿੱਚ ਸਮਝ ਜਿਹੜੀ ਉਹ ਨਹੀਂ ਆਏਗੀ ਕੀ ਹੋ ਰਿਹਾ ਜੀ। ਸੋ ਇਸ ਕਰਕੇ ਜਿਹੜੀਆਂ ਬਾਉਂਡਰੀਜ਼ ਹੈਗੀਆਂ, ਹੁਣ ਅੰਮ੍ਰਿਤ ਛਕਣਾ ਇਜ਼ ਏ ਬਾਉਂਡਰੀ, ਰਾਈਟ। ਅੰਮ੍ਰਿਤ ਛਕ ਕੇ ਇੱਕ ਕਮਿਟਮੈਂਟ ਵਾ। ਹੁਣ ਕਮਿਟਮੈਂਟ ਜਿਹੜੀ ਆ, ਜਾਂ ਤੁਸੀਂ ਕਹ ਲਓ ਯੂ ਆਰ ਸਰੈਂਡਰਿੰਗ ਯੂਅਰ ਸੈਲਫ ਟੂ ਦਾ
ਉਹਦਾ ਅਥਾਰਟੀ ਆਫ ਗੁਰੂ ਗੋਬਿੰਦ ਸਿੰਘ ਜੀ। ਹੁਣ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਆਪਣੇ ਸਰੈਂਡਰ ਕਰ ਦਿੱਤਾ, ਕੰਪਲੀਟ ਸਰੈਂਡਰ, ਤੇ ਅਸੀਂ ਕੀ ਕਹਾਂਗੇ ਕਿ ਗੁਰੂ ਗੋਬਿੰਦ ਸਿੰਘ ਮੇਰਾ ਪਿਤਾ ਹੈ, ਸਾਹਿਬ ਕੌਰ ਮੇਰੀ ਮਾਂ ਹੈ। ਇਹਦਾ ਮਤਲਬ ਆਨੰਦਪੁਰ ਸਾਹਿਬ ਮੇਰਾ ਪਿੰਡ ਹੈ। ਦਿਸ ਇਜ਼ ਕਾਲਡ ਏ ਬਾਉਂਡਰੀ, ਔਰ ਇਸ ਤੋਂ ਬਾਹਰ ਨਹੀਂ ਜਾਣਾ। ਜੋ ਤੂੰ ਕਰਮ ਕਰੇਗਾ ਉਹ ਸਭ ਤੋਂ ਪਹਿਲਾਂ ਤੇਰੇ ਪਿਓ ਨੂੰ ਦਾ ਨਾਮ ਬਚੇਗਾ। ਚੰਗਾ ਕੰਮ ਕਰੇਗਾ ਤਾਂ ਵੀ ਤੇਰੇ ਪਿਓ ਦਾ, ਮਾੜਾ ਕੰਮ ਕਰੇਗਾ ਤਾਂ ਵੀ ਤੇਰਾ ਪਿਓ ਦਾ ਨਾਮ ਬਚੇਗਾ। ਯੂ ਹੈਵ ਟੂ ਬੀ ਵੈਰੀ ਕੇਅਰਫੁਲ ਵੈਨ ਯੂ ਸਰੈਂਡਰ yourself to Guru Gobind Singh and commit that he is my father, then you have to be very careful. That's why Guru Gobind Singh Ji gave you an identity, so that you can be identified, and you have to be very careful when you go in the field of this world. And more responsibilities are on your shoulder. That's right. So ਇਹ ਸਾਡੀ ਜਿਹੜੀ ਵਰਦੀ ਹੈ, ਇਟਸ ਆਲਸੋ ਬਾਉਂਡਰੀ। ਇਸ ਬਾਉਂਡਰੀ ਤੋਂ ਬਾਹਰ ਨਹੀਂ ਜਾਣਾ। ਮੇਰੇ ਕੇਸ ਕੀ ਕਹਿੰਦੇ ਨੇ, ਮੇਰਾ ਕੰਘਾ ਕੀ ਕਹਿੰਦਾ ਆ, ਮੇਰਾ ਕੜਾ ਕਹਿੰਦਾ ਕਿ ਤੂੰ ਗੁਰੂ ਗੋਬਿੰਦ ਸਿੰਘ ਦਾ ਇਸ ਵੇਲੇ ਯੂ ਆਰ ਦਾ ਸਲੇਵ ਆਫ ਗੁਰੂ ਐਂਡ ਸਲੇਵ ਟੂ ਨਨ। ਹੀ ਇਜ਼ ਸੁਪਰਵਾਈਜ਼ਿੰਗ ਯੂ, ਹੀ ਇਜ਼ ਵਾਚਿੰਗ ਯੂ। ਸੋ ਅਸੀਂ ਦੇਖਣਾ ਹੈਗਾ ਕਿ ਇਹ ਉਸ ਜਿਹੜੀ ਬਾਉਂਡਰੀ ਸਾਨੂੰ ਅੰਮ੍ਰਿਤ ਦੀ ਸਿੱਖੀ ਦਿੱਤੀ, ਉਹਨੂੰ ਅਸੀਂ ਕਾਇਮ ਰੱਖੀਏ। ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਬੰਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਖਾਏ, ਰਹਿਤ ਬਿਨਾ ਦਰ ਝੋਟਾ ਖਾਏ। ਇਹਦਾ ਮਤਲਬ ਰਹਿਤ ਮੀਨਸ ਦ ਬਾਉਂਡਰੀ ਔਰ ਮਰਜ਼ਾਦਾ। ਹੁਣ if we want to save our children from the attack of outside evils, we must have boundaries. Very true. And they have to stay always within those boundaries. I am not allowed to smoke. Stay in that boundary. That's right. Doesn't matter what. That we follow, but as far as liquor comes, then we forget about that. Oh, that's but I'm just asking the boundaries. Very true. Guruji sir gave us the boundaries. That's not to cross them. ਜੀ ਜਿਸ ਤਰ੍ਹਾਂ ਅਸੀਂ ਨਸ਼ੇ ਦੀ ਕੋਈ ਕਰਨੇ, ਮੇਰਾ ਗੁਰੂ ਕਹਿੰਦਾ ਮੇਰੀ ਬਾਉਂਡਰੀ ਆ, ਮੈਂ ਉਹਦੇ ਅੰਦਰ ਰਹਿਣਾ। ਹੁਣ ਇਸੇ ਤਰੀਕੇ ਨਾਲ they have to stay always within those boundaries. They are protected as long as they stay there. These boundaries are the principles of our lifestyle. ਸੋ ਬਾਉਂਡਰੀਜ਼ ਨੂੰ ਸਮਝੋ। ਸਿੱਖ ਧਰਮ ਵਿੱਚ ਇਹ ਨਾ ਕਹੋ ਕਿ ਅੰਮ੍ਰਿਤ ਛਕ ਕੇ ਮੈਂ ਪੂਰਾ ਹੋ ਗਿਆ। ਅੰਮ੍ਰਿਤ ਛਕ ਕੇ ਤੁਹਾਨੂੰ ਇੱਕ ਵਾਰ ਦਿੱਤੀ ਹੈ, ਤੁਹਾਡੀ ਕਮਿਟਮੈਂਟ ਹੋਈ ਹੈ, ਔਰ ਕਮਿਟਮੈਂਟ ਦੇ ਮੁਤਾਬਕ ਤੁਸੀਂ ਜੀਵਨ ਬਤੀਤ ਕਰਨਾ। ਕਹਿੰਦੇ ਜੀ ਫਲਾਣੇ ਨੇ ਅੰਮ੍ਰਿਤ ਛਕਿਆ ਸੀਗਾ, ਉਹ ਤਾਂ ਛੱਡ ਗਿਆ। ਅੰਮ੍ਰਿਤ ਨੇ ਤਾਂ ਨਹੀਂ ਕਿਹਾ ਤੂੰ ਛੱਡ ਜਾ, ਉਹਨੂੰ ਜੀ ਝੂਠ ਵੀ ਬੋਲਦਾ, ਅੰਮ੍ਰਿਤ ਨਹੀਂ ਕਹਿੰਦਾ ਝੂਠ ਬੋਲਣਾ। ਸੋ ਇਸ ਕਰਕੇ ਸਾਡੀ ਵਰਦੀ ਹੋਣੀ ਬੜੀ ਜ਼ਰੂਰੀ ਹੈ। ਇਟਸ ਬਾਉਂਡਰੀ। ਵਰਦੀ ਦੇ ਨਾਲ ਨਾਲ ਜੋ ਟ੍ਰੇਨਿੰਗ ਤੇ ਐਕਸਪੀਰੀਅੰਸ ਤੇ ਨੌਲੇਜ ਵੀ ਹੋਣਾ, ਲਾਈਫ ਵੀ ਸਾਡੀ ਉਦਾਂ ਦੀ ਹੋਣੀ ਚਾਹੀਦੀ ਹੈ। ਸਿਪਾਹੀ ਨੂੰ ਵਰਦੀ ਵੀ ਚਾਹੀਦੀ ਆ, ਤੇ ਸਿਪਾਹੀ ਦਾ ਜਿਹੜਾ ਐਕਸ਼ਨ ਹੈਗਾ ਉਹ ਰਿਫਲੈਕਟ ਕਰਨਾ ਚਾਹੀਦਾ। ਹਾਂ, ਦੈਟਸ ਰਾਈਟ। ਸੋ ਇਹ ਤਾਂ ਹੈਗਾ ਸਾਡਾ ਜੀ ਬਾਉਂਡਰੀ ਬਾਰੇ। ਅਗਲਾ ਮੇਰਾ ਪੁਆਇੰਟ ਹੈ ਕੁਆਲਿਟੀ ਆਫ ਫੂਡਸ, which is very important. ਅੱਜ ਕੱਲ੍ਹ ਬੜੀ ਡਿਸਕਸ਼ਨ ਹੁੰਦੀ ਆ ਫੂਡ ਬਾਰੇ, ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ। ਕਈ ਤਾਂ ਕਹਿੰਦੇ ਸਭ ਕੁਝ ਖਾ ਲੈਣਾ ਚਾਹੀਦਾ, ਵੀ ਡੋਂਟ ਕੇਅਰ। ਪਰ ਅਸੀਂ ਪਸ਼ੂ ਨਹੀਂ ਹੈਗੇ। ਪਸ਼ੂ ਵੀ ਜਿਹੜੇ ਖਾਣ ਲੱਗੇ ਸੋਚਦੇ ਆ ਮੈਂ ਖਾਣਾ ਕਿ ਨਹੀਂ ਖਾਣਾ। ਪਸ਼ੂ ਬਿਮਾਰ ਹੋ ਜਾਏ ਘਾਹ ਵੀ ਨਹੀਂ ਖਾਂਦਾ ਹਰਾ। ਪਸ਼ੂਆਂ ਵਿੱਚ ਬਹੁਤ ਸੋਚੀ ਹੈ, ਉਹਦੇ ਮੂਹਰੇ ਸ਼ਰਾਬ ਰੱਖ ਦਿਓ, ਕਦੀ ਪਸ਼ੂ ਸ਼ਰਾਬ ਨਹੀਂ ਪੀਏਗਾ। ਪਸ਼ੂ ਜਿਹੜਾ ਉਹਨੂੰ ਪਤਾ ਕਿ ਮੇਰੇ ਖਾਣ ਵਾਲੀ ਕਿਹੜੀ ਚੀਜ਼ ਆ। ਮਨੁੱਖ ਨੂੰ ਗੁਰਮਤ ਅਨੁਸਾਰ ਦੱਸਿਆ ਤੂੰ ਕੀ ਖਾਣਾ। ਗੁਰੂ ਨਾਨਕ ਦੇਵ ਜੀ ਨੇ ਜਿਹੜੀ ਗੱਲ ਆਖ ਦਿੱਤੀ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਵੇਖੋ these days the doctors are doing researches. If there is any relationship between the food and the human behavior, it has been proved that the junk food and the health foods have different effect on the behavior of the human attitude. No doubt. If you wish a good behavior, eat more vegetable and fruits. Change your eating habits. The parents encourage their children to eat clean food. और मैं भी कहा you are what you eat. Right. ਇਸ ਕਰਕੇ ਸਾਨੂੰ ਉਹ ਖਾਣਾ ਚਾਹੀਦਾ ਜਿਸ ਖਾਣੇ ਦੇ ਨਾਲ ਸਾਡੇ ਸੁਭਾਅ ਦੇ ਉੱਤੇ ਚਿੜਚਿੜਾਪਣ ਨਾ ਆਵੇ। ਵੇਖੋ ਬੱਚੇ ਨੂੰ ਤੁਸੀਂ ਸ਼ੂਗਰ ਦੇਣੇ, ਤੁਸੀਂ ਕੈਂਡੀਆਂ ਦੇ ਦਿਓ ਖਾਣ ਨੂੰ, ਤਾਂ ਤੁਸੀਂ ਕੀ ਕਹਿੰਦੇ ਹਾਈਪਰ ਹੋ ਜਾਂਦਾ, ਉਹ ਹਾਈਪਰ ਹੋ ਜਾਣਾ। ਕਿਉਂ? ਉਹਦੀ ਸ਼ੂਗਰ ਜਿਹੜੀ ਆ ਉਹ ਹਾਈ ਹੋ ਜਾਂਦੀ ਆ, ਉਹ ਟੱਪਣ ਲੱਗ ਪੈਂਦਾ, ਉਹਦਾ ਬਿਹੇਵੀਅਰ ਬਦਲ ਜਾਂਦਾ, ਗੁੱਸੇਖੋਰ ਹੋ ਜਾਂਦਾ। ਇਸ ਕਰਕੇ ਆਪਾਂ ਨੂੰ ਅੜਕੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਕੋਈ ਫਰਕ ਨਹੀਂ ਪੈਂਦਾ, ਲੇਕਿਨ ਬੜੇ ਧਿਆਨ ਦੇ ਨਾਲ ਸਾਨੂੰ ਅੱਜ ਤੇ ਲੋਕੀ ਸੋਚਣ ਲੱਗ ਪਏ ਆ ਕਿ ਈਟ ਲੈਸ ਐਂਡ ਸਲੀਪ ਲੈਸ, ਯੂ ਵਿਲ ਗੈਟ ਗੁੱਡ ਹੈਲਥ। ਔਰ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਰੱਖੀਆਂ, ਈਟ ਲੈਸ ਐਂਡ ਸਲੀਪ ਲੈਸ।
ਜਿਹਦੇ ਨਾਲ ਮੇਰੀ ਸਿਹਤ ਜਿੱਦਾਂ ਅੱਜ 37 ਸਾਲ ਪਹਿਲਾਂ ਸੀ ਉਸੇ ਤਰ੍ਹਾਂ ਅੱਜ ਹੈਗੀ ਆ 1 ਇੰਚ ਪਰ ਵੀ ਵਧਿਆ ਘਟਿਆ ਨਹੀਂ ਹੈਗਾ। ਸੋ ਇਹ ਤਾਂ ਹੈਗਾ ਆ ਸਾਡਾ ਖਾਣ ਪੀਣ ਦਾ। ਸੋ ਇਹ ਤੋਂ ਅਗਲੀ ਜਿਹੜੀ ਗੱਲ ਹੈਗੀ ਆ ਸਾਡੇ ਅੱਜ ਸਮਾਜ ਵਿੱਚ ਜਿਸ ਵਿੱਚ ਅਸੀਂ ਰਹਿੰਦੇ ਹਾਂ, ਜਿਹਨੂੰ ਅਸੀਂ ਕਾਕੇਸ਼ੀਅਨ ਕਮਿਊਨਿਟੀ ਵਿੱਚ ਰਹਿ ਰਹੇ ਹਾਂ ਜਾਂ ਵੈਸਟਰਨ ਕਲਚਰ ਵਿੱਚ ਰਹਿ ਰਹੇ ਹਾਂ, ਇਹਦੇ ਵਿੱਚ ਜੋ ਕੁਝ ਹੋ ਰਿਹਾ, ਕਿਉਂਕਿ ਅਸੀਂ ਜਿਹੜੇ ਇੱਥੇ ਰਹਿ ਰਹੇ ਹਾਂ ਸਾਡਾ ਉਹ ਜਿਹੜਾ ਮੈਜੋਰਟੀ ਦਾ ਅਸਰ ਸਾਡੇ ਤੇ ਪੈਣਾ, ਲੇਕਿਨ ਅਸੀਂ ਅਸਰ ਜਿਹੜਾ ਪੈਣਾ ਹੈਗਾ ਚੰਗੇ ਪਾਸੇ ਦਾ ਤਾਂ ਘੱਟ ਪੈਂਦਾ ਜਾਂ ਮਾੜੇ ਪਾਸੇ ਦਾ ਜ਼ਿਆਦਾ ਪੈਂਦਾ। ਮਿਸਾਲ ਦੇ ਉੱਤੇ ਇਹ ਲੋਕ ਜਿਹੜੇ ਟਾਈਮ ਦੇ ਬੜੇ ਪਾਬੰਦ ਹੈ ਔਰ ਅਸੀਂ ਟਾਈਮ ਦੇ ਕਦੀ ਪਾਬੰਦ ਨਹੀਂ ਹੋਏ। ਇੰਨਾ ਚਿਰ ਹੋ ਗਿਆ, ਵਿਆਹ ਸਵੇਰ ਨੂੰ ਲਿਖਿਆ ਹੁੰਦਾ 10 ਵਜੇ ਹੋਣਾ, ਗੋਰੇ ਇੱਥੇ ਵਿਆਹ ਤੇ ਆਏ ਹੁੰਦੇ ਆ, ਆਪਾਂ 12:30 ਵਜੇ ਆਉਂਦੇ ਆ। ਸੋ ਇਹ ਹਾਲੇ ਤੱਕ ਅਸੀਂ ਇਹੋ ਹੀ ਨਹੀਂ ਸਿੱਖਿਆ ਵੀ ਟਾਈਮ ਦੇ ਉੱਤੇ ਸਾਨੂੰ ਖਾਣਾ ਚਾਹੀਦਾ, ਟਾਈਮ ਤੇ ਸਾਨੂੰ ਬਹਿਣਾ ਚਾਹੀਦਾ। ਬਲੈਂਡਡ ਫੈਮਿਲੀਜ਼ mean mixture of different families, children by which we can lose the real definition of a family. It has become a very common trend that divorced people get married with each other with their children from previous marriages. ਸਾਡੇ ਵੀ ਹੋ ਰਿਹਾ ਹੈ। Now the question is, are our people following the same trend? Yes, it is happening in our society also. How will the children from their previous marriages create relationship with the new parents? That's the question. How can the children deal with each other? This can create a mess and confusion in the families. Due to this situation, the parents are involved in their sexual relationship with the children from the previous marriage. और ये साढ़े भी हो रहा है। और we as Sikh must be careful about this future impact upon our society. Absolutely. And how can values play a role in this? ਇਹਦੇ ਬਾਰੇ ਅਸੀਂ ਗੱਲਬਾਤ ਕਰਨੀ ਇਸ ਬ੍ਰੇਕ ਤੋਂ ਬਾਅਦ। ਛੋਟੀ ਜਿਹੀ ਬ੍ਰੇਕ ਜੀ, ਵਾਪਸ ਆਵਾਂਗੇ, ਗਿਆਨੀ ਸਵਰਨ ਸਿੰਘ ਜੀ ਨਾਲ ਸਾਂਝ ਪਾਵਾਂਗੇ। ਜਿਹੜੇ ਵੀ ਇਹ ਪੁਆਇੰਟਸ ਰੇਜ਼ ਕਰ ਰਹੇ ਨੇ ਇਹਨਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ, ਕਿਉਂਕਿ ਸਾਡੇ ਆਲੇ ਦੁਆਲੇ ਸਭ ਕੁਝ ਹੋ ਰਿਹਾ ਹੈ। ਅੱਜ ਬਲੈਂਡਡ ਫੈਮਿਲੀਜ਼ ਦੀ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਜਾਂ ਸਿੰਗਲ ਮਦਰਸ ਦੀ ਅਸੀਂ ਗੱਲ ਕਰ ਰਹੇ ਹਾਂ, ਕਿ ਸਾਡੇ ਆਲੇ ਦੁਆਲੇ ਇਹਨਾਂ ਦੀ ਰੇਸ਼ੋ ਵੱਧ ਨਹੀਂ ਰਹੀ ਹੈ। ਇਸ ਵਾਸਤੇ ਵੈਲਿਊਜ਼ ਹੀ ਫਾਊਂਡੇਸ਼ਨ ਹਨ। ਅਤੇ ਜਿਸ ਤਰ੍ਹਾਂ ਇਹ ਫੋਕਸ ਕਰ ਰਹੇ ਨੇ ਇਸ ਬ੍ਰੇਕ ਤੋਂ ਬਾਅਦ ਆ ਕੇ ਕਿ ਸਾਡੀਆਂ ਵੈਲਿਊਜ਼ ਕਿਵੇਂ ਇਹਨਾਂ ਪੁਆਇੰਟਸ ਨਾਲ ਸਹੀ ਤਰੀਕੇ ਨਾਲ ਜੂਝ ਸਕਦੀਆਂ ਨੇ, ਇਸ ਦੇ ਬਾਰੇ ਗੱਲਬਾਤ ਕਰਾਂਗੇ ਇਸ ਬ੍ਰੇਕ ਤੋਂ ਬਾਅਦ।